ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ, ਅਸੀਂ ਜ਼ਿਆਦਾਤਰ ਤਾਂ ਇਹ ਟਿੱਡੀਆਂ ਜੂਆਂ ਜਿਹੜੀਆਂ ਉਹਨਾਂ ਤੇ ਬੋਲਦੇ ਨਹੀਂ ਹੁੰਦੇ, ਕਿਉਂਕਿ ਸਾਡਾ ਜਿਹੜਾ ਟਾਰਗੇਟ ਆ ਬਹੁਤ ਵੱਡਾ ਵਾ। ਸਾਡਾ ਟਾਰਗੇਟ ਸਾਡਾ ਦੇਸ਼, ਆਪਣਾ ਖਾਲਸਾ ਰਾਜ, ਖਾਲਿਸਤਾਨ। ਸੋ ਅਸੀਂ ਜੇ ਇਹਨਾਂ ਜੂਆਂ ਦੇ ਲਈ ਬੋਲਣ ਲੱਗ ਪਏ, ਜਾਂ ਇਹ ਜੂਆਂ ਜਿਹੜੀਆਂ ਬਕਵਾਸ ਕਰਦੀਆਂ, ਇਹ ਕਾਮਰੇਡ ਲਾਣਾ ਕੁੱਤੀ ਕਤੀੜ ਜਿਹੜੀ ਆ ਇਹ ਬਕਵਾਸ ਕਰਦੀ ਆ, ਜੇ ਅਸੀਂ ਇਹਨਾਂ ਤੇ ਬੋਲਣ ਲੱਗ ਪਏ ਤਾਂ ਕਿਤੇ ਨਾ ਕਿਤੇ ਅਸੀਂ ਆਪਣੇ ਟਾਰਗੇਟ ਤੋਂ ਭਟਕਦੇ ਆ। ਤੇ ਇਹੀ ਕੁਝ ਹਿੰਦੁਸਤਾਨ ਚਾਹੁੰਦਾ ਵਾ। ਤੇ ਇਹ ਉਹ ਲੋਕ ਆ ਸਾਡੀ ਨਿਗਾਹ ਦੇ ਵਿੱਚ ਜਿਨ੍ਹਾਂ ਦੀ ਕੋਈ ਘਰੇ ਨਹੀਂ ਇੱਜ਼ਤ ਹੁੰਦੀ, ਜਿਨ੍ਹਾਂ ਦੀ ਕੋਈ ਬਾਹਰ ਨਹੀਂ ਇੱਜ਼ਤ ਹੁੰਦੀ, ਇਹ ਜੂਆਂ ਲੋਕ, ਇਹ ਉਹ ਲੋਕ ਆ। ਤੇ ਇਹਨਾਂ ਦੀ ਜਿਹੜੀ ਔਕਾਤ ਆ ਉਹ ਇੰਨੀ ਨਹੀਂ ਹੈਗੀ ਅਸੀਂ ਇਹੋ ਜਿਹਿਆਂ ਨੂੰ ਰਿਪਲਾਈ ਦਈਏ, ਇਹੋ ਜਿਹੇ ਰੁਲਦੇ ਰਾਮ ਵਰਗੇ ਨੂੰ, ਜਿਹੜਾ ਇੱਕ ਕਾਮਰੇਡ ਦੱਲਾ, ਜਿਹੜਾ ਇਸ ਹਿੰਦੁਸਤਾਨ ਦਾ ਦੱਲਾ। ਪਰ ਸਾਡੇ ਵੀਰ ਭਰਾ ਬੜੇ ਮੈਸੇਜ ਕਰਦੇ ਆ, ਬਾਈ ਜੀ ਇਸ ਦੇ ਉੱਪਰ ਵੀ ਬੋਲੋ, ਇਸ ਦੇ ਉੱਪਰ ਇੱਕ ਵੀਡੀਓ ਬਣਾਓ, ਕਾਫੀ ਕਰਦੇ। ਪਰ ਮੈਂ ਆਪਣੇ ਭਰਾਵਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਭਰਾਵੋ ਇਹ ਦੁੱਕੀ ਤਿੱਕੀ ਆ, ਦੁੱਕੀ ਤਿੱਕੀ। ਤੇ ਇਹ ਉਨੀ ਦੇਰ ਬੋਲਦੇ ਰਹਿਣੇ ਆ ਜਿੰਨੀ ਦੇਰ ਤੁਸੀਂ ਆਪਣਾ ਰਾਜ ਨਹੀਂ ਸਥਾਪਿਤ ਕਰ ਲੈਂਦੇ, ਆਪਣਾ ਖਾਲਿਸਤਾਨ ਨਹੀਂ ਬਣਾ ਲੈਂਦੇ, ਉਨੀ ਦੇਰ ਇਹ ਜੂਆਂ ਨੇ ਬੋਲਣਾ, ਇਹ ਬੋਲਣਾ, ਇਹ ਜੂਆਂ ਨਿਕਲਣੀਆਂ ਹੀ ਨਿਕਲਣੀਆਂ। ਉਨੀ ਦੇਰ ਤੁਸੀਂ ਨਹੀਂ ਚੁੱਪ ਕਰਾ ਸਕਦੇ ਇਹਨਾਂ ਨੂੰ, ਕਿਉਂਕਿ ਇਹਨਾਂ ਲੋਕਾਂ ਨੂੰ ਪਤਾ ਅਸੀਂ ਗੁਲਾਮ ਅੱਜ। ਤੇ ਆਪਣੇ ਟਾਰਗੇਟ ਵੱਲ ਪਹਿਲਾਂ ਸਭ ਤੋਂ ਧਿਆਨ ਦਿਓ। ਤੇ ਜਿਹੜੇ ਵੀਰ ਭਰਾ ਸਾਡੇ ਕਹਿੰਦੇ ਸੀਗੇ ਵੀ ਇਹਨਾਂ ਤੇ ਬੋਲੋ, ਚਲੋ ਆਪਾਂ ਫਿਰ ਵੀ ਵੀਡੀਓ ਬਣਾਉਨੇ ਆ। ਸੋ ਇਹ ਇਕੱਲੀ ਵੀਡੀਓ ਨਹੀਂ, ਇਹ ਉਸ ਚਵਲ ਨੂੰ, ਉਸ ਰੁਲਦੇ ਰਾਮ ਨੂੰ ਜਿਹੜਾ ਜਵਾਬ ਵੀ ਆ। ਤੇ ਭਾਵੇਂ ਉਹ ਚੇਤਾਵਨੀ ਸਮਝ ਲੈ, ਭਾਵੇਂ ਉਹ ਧਮਕੀ ਸਮਝ ਲੈ, I don't care, ਜੋ ਵੀ ਸਮਝਣਾ, ਪਰ ਗੱਲ ਕੰਨ ਖੋਲ ਕੇ ਸੁਣ ਲਈ। ਹੁਣ ਜਿਹੜੀ ਤੁਹਾਡੇ ਵਰਗੇ ਕਾਮਰੇਡ ਬਕਵਾਸ ਕਰਦੇ ਫਿਰਦੇ ਆ, ਜਾਂ ਤੂੰ ਬਕਵਾਸ ਕੀਤੀ ਆ ਜਿਹੜੀ, ਇਹ ਕੋਈ ਪਹਿਲੀ ਵਾਰੀ ਨਹੀਂ। ਕਾਮਰੇਡਾਂ ਦਾ ਰੋਲ, ਜਿਹੜਾ ਤੁਹਾਡਾ ਰੋਲ, ਤੁਹਾਡੇ ਦਾਦਿਆਂ ਬਾਬਿਆਂ ਦਾ ਵੀ ਤੇ ਤੁਹਾਡਾ, ਇਸ ਸਿੱਖੀ ਦੇ ਖਿਲਾਫ ਹਮੇਸ਼ਾ ਤੁਹਾਡਾ ਇਹ ਰੋਲ ਰਿਹਾ। ਨਫ਼ਰਤ ਕਰਦੇ ਤੁਸੀਂ ਸਾਡੇ ਚਿਹਰਿਆਂ, ਦਾੜੀਆਂ ਤੇ ਸਾਡੀਆਂ ਦਸਤਾਰਾਂ ਨੂੰ। ਭਾਵੇਂ ਕਿ ਤੁਸੀਂ ਸਾਡੇ ਵਰਗੇ ਚਿਹਰੇ ਮੁਰੇ ਬਣਾ ਕੇ ਸਾਡੇ ਵਿੱਚ ਸਿੱਖੀ ਦੇ ਵਿੱਚ ਵੜੇ ਹੋਏ ਆ, ਪਰ ਸਿੱਖ ਕੌਮ ਨੂੰ ਪਰਖ ਅੱਜ, ਕੌਣ ਸਾਡਾ ਤੇ ਕੌਣ ਪਰਾਇਆ। ਤੇ ਤੁਸੀਂ ਹਰ ਟਾਈਮ 47 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਦੇ ਵਿਰੋਧ ਵਿੱਚ ਹੀ ਖੜੇ ਆ। ਤੇ ਇਹ ਉਨੀ ਦੇਰ ਖੜਨਗੇ ਜਿੰਨੀ ਦੇਰ ਸਾਡਾ ਰਾਜ ਨਹੀਂ ਸਥਾਪਿਤ ਹੋ ਜਾਂਦਾ ਭਰਾਵੋ। ਤੇ ਇਸ ਨੇ ਬਕਵਾਸ ਕੀਤੀ ਆ ਕਿ ਉਹਨਾਂ ਟਾਈਮਾਂ ਦੇ ਵਿੱਚ 25,000 ਸਾਡਾ ਮੁੰਡਾ ਜਿਹੜਾ ਉਹ ਮਰਵਾ ਦਿੱਤਾ ਪੁਲਿਸ ਮੁਕਾਬਲੇ ਦੇ ਵਿੱਚ, ਜੋ ਕਿ ਸਿੱਧਾ ਸਿੱਧਾ ਟਾਰਗੇਟ ਖਾਲਿਸਤਾਨੀਆਂ ਨੂੰ ਤੇ ਸਾਡੇ ਉਸ ਯੋਧੇ ਨੂੰ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ। ਸੋ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਸਿੱਧੇ ਤੇ ਸਿੱਧਾ। ਤੇ ਮੈਂ ਤੈਨੂੰ ਪਹਿਲੀ ਗੱਲ ਕਹਿ ਦੇਣੀ ਚਾਹੁੰਦਾ, ਰੁਲਦੇ ਰਾਮਾ, ਤੁਹਾਡੀ ਜਿਹੜੀ ਔਕਾਤ ਆ ਨਾ, ਸਦਾ ਹੀ ਸਿੰਘਾਂ ਦੇ ਛੱਤਰ ਦੇ ਥੱਲੇ ਰਹੀ ਆ ਤੇ ਰਹੂਗੀ। ਜਿਹੜੀ ਤੂੰ ਬਕਵਾਸ ਬੋਲੀ ਨਾ, ਜਦੋਂ ਯੋਧਾ ਸੀ ਨਾ, ਜਦੋਂ ਯੋਧਾ ਸੀ, ਤੁਹਾਡੇ ਅਰਗੇ ਗੋਡਿਆਂ 'ਚ ਬਹਿੰਦੇ ਹੁੰਦੇ ਸੀ, ਚਰਨਾਂ 'ਚ ਬਹਿੰਦੇ ਹੁੰਦੇ ਸੀ ਅਸੀਂ ਯੋਧੇ ਦੇ, ਤੇ ਚੱਡਿਆਂ ਵਿੱਚ ਪੂਛਾਂ ਲੈ ਕੇ ਤੁਹਾਡੇ ਅਰਗੇ ਲੁਕੇ ਹੁੰਦੇ ਸੀ। ਉਦੋਂ ਨਹੀਂ ਸੀ ਬੋਲਦੇ ਤੁਸੀਂ। ਪਰ ਇੱਕ ਗੱਲ ਦਾ ਭੁਲੇਖਾ ਨਾ ਰੱਖ ਲਈ, ਅਸੀਂ ਇਹਦੇ ਚੇਲੇ ਆ, ਠੀਕ ਆ। ਤੂੰ ਇਹ ਨਾ ਸਮਝੀ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਚਲੇ ਗਏ ਆ, ਨਾ, ਉਹਨਾਂ ਦਾ ਖੂਨ ਬੈਠਾ। ਅਸੀਂ ਤੇਰੇ ਵਰਗੇ ਨੂੰ ਜਵਾਬ ਨਹੀਂ ਦੇਣਾ ਚਾਹੁੰਦੇ, ਕਿਉਂਕਿ ਸਾਡਾ ਖਾਲਿਸਤਾਨ ਟਾਰਗੇਟ ਆ, ਬਹੁਤ ਵੱਡਾ ਸਾਡਾ ਟਾਰਗੇਟ ਆ, ਜੋ ਅਸੀਂ ਪੂਰਾ ਕਰਨਾ। ਕਿਉਂਕਿ ਗੌਰਮੈਂਟ ਆ ਹਿੰਦੁਸਤਾਨ ਇਹੀ ਚਾਹੁੰਦਾ, ਇਹ ਇੱਧਰ ਹੀ ਉਲਝੇ ਰਹਿਣ। ਪ੍ਰਭੂ ਤੁਹਾਨੂੰ ਮੈਂ ਕਹੂੰਗਾ, ਪਰ ਜਿਹੜੀ ਤੂੰ ਬਕਵਾਸ ਕੀਤੀ ਹੈ, ਕਿਤੇ ਭੁੱਲ ਨਾ ਜਾਈ, ਉਹੀ ਖਾੜਕੂ ਅਜੇ ਬੈਠੇ ਆ। ਤੇ ਜੇ ਕਿਤੇ ਹੱਥੇ ਚੜ ਜਾਣਾ ਕਿਤੇ, ਤੈਨੂੰ ਯਾਦ ਤਾਂ ਕਰਾ ਦਾਂਗੇ ਕਿਹੜੇ ਖਾੜਕੂ ਹੁੰਦੇ ਆ, ਤੇ ਖਾੜਕੂਆਂ ਦੀ ਇੱਜ਼ਤ ਕਿਵੇਂ ਕੀਤੀ ਜਾਂਦੀ ਹੈ, ਤੈਨੂੰ ਯਾਦ ਤਾਂ ਕਰਾ ਦਾਂਗੇ ਐਨ ਚੰਗੀ ਤਰ੍ਹਾਂ। ਤੁਹਾਡੇ ਵਰਗੇ ਕੁੱਤਿਆਂ ਬਿੱਲਿਆਂ ਦੀ ਇੰਨੀ ਔਕਾਤ ਨਹੀਂ। ਤੁਸੀਂ ਸਾਡੇ ਸ਼ਹੀਦਾਂ ਦੇ ਅੱਗੇ ਬੋਲੋ, ਸਾਡੇ ਸ਼ਹੀਦਾਂ ਦੇ ਬਾਰੇ ਬੋਲੋ, ਠੀਕ ਆ।
ਤੁਸੀਂ ਉਹ ਦੁੱਕੀ ਤਿੱਕੀ, ਉਹ ਰੋਲਦੇ ਰਾਮਾਂ ਜਿਹੜੀਆਂ ਤੁਸੀਂ ਫੇਮਸ ਹੋਣ ਲਈ ਇਹ ਬਕਵਾਸਾਂ ਕਰਦੇ ਨਾ, ਜਿਹੜੀਆਂ ਤੁਹਾਡੀਆਂ ਬਕਵਾਸਾਂ ਵਾ, ਇਹ ਜ਼ਿਆਦੀ ਦੇਰ ਨਹੀਂ ਚੱਲਣੀਆਂ। ਤੇ ਦੂਜੀ ਗੱਲ, ਮੈਂ ਆਪਣੇ ਉਹਨਾਂ ਵੀਰਾਂ ਭਰਾਵਾਂ ਕੌਮ ਨੂੰ ਕਹਿਣਾ ਚਾਹੁੰਦਾ, ਭਰਾਵੋ ਇਹੋ ਜਿਹੀ ਜਿਹੜੀ ਕੁੱਤੀ ਬਿੱਲੀ ਆ, ਠੀਕ ਆ, ਇਹਨਾਂ ਤੋਂ ਸਾਨੂੰ ਸਪਸ਼ਟੀਕਰਨ ਨਹੀਂ ਚਾਹੀਦਾ। ਕਈ ਸਾਡੇ ਵੀਰ ਭਰਾ ਪੋਸਟਾਂ ਪਾ ਰਹੇ ਆ, ਰੁਲਦੇ ਰਾਮ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ। ਕਿਹੜਾ ਸਪਸ਼ਟੀਕਰਨ? ਕਿਹੜਾ ਸਪਸ਼ਟੀਕਰਨ? ਇਹੋ ਜਿਹੇ ਕੁੱਤੇ ਬਿੱਲੇ ਦੇ ਛਿੱਤਰ ਵੱਜਣੇ ਚਾਹੀਦੇ ਆ। ਇਹਨਾਂ ਦੀ ਇਹ ਔਕਾਤ ਨਹੀਂ ਹੈ ਸਪਸ਼ਟੀਕਰਨ ਵੀ ਦੇਣ ਸਿੱਖ ਕੌਮ ਨੂੰ ਤੇ ਉਹਨਾਂ ਯੋਧਿਆਂ ਨੂੰ। ਇਹਨਾਂ ਦੀ ਇੰਨੀ ਔਕਾਤ ਵੀ ਨਹੀਂ। ਇਹਨਾਂ ਦੀ ਔਕਾਤ ਆ ਛਿੱਤਰਾਂ ਤੱਕ, ਸਿਰਫ ਸੀਮਤ ਛਿੱਤਰਾਂ ਤੱਕ। ਜੁੱਤੀ ਫਿਰੋ ਇਹਦੇ ਸਾਲੇ ਦੱਲੇ ਦੇ। ਸਪਸ਼ਟੀਕਰਨ ਕਿੰਨਾ ਦਾ ਸਪਸ਼ਟੀਕਰਨ ਮੰਗਦੇ ਤੁਸੀਂ? ਕੀ ਹੋ ਗਿਆ ਅੱਜ ਸਾਡੀ ਕੌਮ ਨੂੰ? ਸਾਡੇ ਉਹਨਾਂ ਯੋਧਿਆਂ ਨੇ ਦੁਸ਼ਮਣਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਸੀ, ਝਟਕਾਏ ਸੀ। ਜਿਹੜਾ ਸਾਡੀ ਕੌਮ ਤੇ ਚੜ ਕੇ ਆਇਆ ਉਹ ਝਟਕਾਇਆ ਸੀ, ਉਹਦਾ ਸੌਦਾ ਲਾਇਆ ਸੀ। ਤੇ ਇਹਨਾਂ ਦੀ ਇਹ ਵੀ ਔਕਾਤ ਨਹੀਂ ਵੀ ਅਸੀਂ ਇਹਨਾਂ ਦਾ ਸੌਦਾ ਲਾਈਏ। ਇਹਨਾਂ ਦੇ ਚਪੇੜਾਂ ਹੀ ਬੜੀਆਂ। ਤੇ ਇਹ ਲੋਕਾਂ ਨੇ ਚੱਡਿਆਂ 'ਚ ਪੂਛ ਦੇ ਕੇ ਬਾਅਦ 'ਚ ਇਹਨਾਂ ਲੱਭਣਾ ਨਹੀਂ, ਥਿਉਣਾ ਨਹੀਂ ਕਿਤੇ। ਇੱਕ ਦੇ ਵੀ ਇਹ ਚਪੇੜਾਂ ਵੱਜੀਆਂ ਨਾ ਚੱਜ ਤਰ੍ਹਾਂ, ਤੇ ਦੂਜੇ ਜਿਹੜੇ ਅੱਗੇ ਬੋਲਣ ਦਾ ਵੀ ਕੋਸ਼ਿਸ਼ ਕਰ ਰਹੇ ਨਾ, ਸੋਚ ਰਹੇ ਆ, ਉਹ ਬਹਿ ਜਾਣਗੇ ਉਸੇ ਵੇਲੇ। ਇਹਦਾ ਇਹ ਹੱਲ ਆ। ਤੇ ਇਹਨਾਂ ਦੀ ਇੰਨੀ ਔਕਾਤ ਨਹੀਂ ਦੱਲਿਆਂ ਦੀ ਵੀ ਕੋਈ ਵੀ ਇਦਾਂ ਦੀ ਗੱਲ ਕਰਨ। ਸੋ ਭਰਾਵੋ, ਇਹੋ ਜਿਹੜੇ ਰੋਲਦੇ ਛੋਲਦੇ ਰਾਮ ਆ ਨਾ ਜਿਹੜੇ, ਇਹਨਾਂ ਨੂੰ ਜਵਾਬ ਦੇਣ ਲਈ ਤੁਹਾਡੀ ਜ਼ਿੰਮੇਵਾਰੀ ਆ। ਤੁਹਾਡੀ ਜ਼ਿੰਮੇਵਾਰੀ ਆ। ਜਵਾਬ ਨਹੀਂ, ਜਵਾਬ ਦੇਣਾ ਜੁੱਤੀ ਦੇ ਨਾਲ ਦੇਣਾ। ਜੁੱਤੀ ਨਾਲ ਜਵਾਬ ਦੇਣਾ ਇਹਨਾਂ ਨੂੰ, ਐਵੇਂ ਨਹੀਂ। ਇਹਨਾਂ ਦੀ ਔਕਾਤ ਨਹੀਂ। ਅਸੀਂ ਇਹਨਾਂ ਨੂੰ ਰਿਪਲਾਈ ਇਹੋ ਜਿਹੇ ਕਰੀਏ, ਤੂੰ ਕਾਤੋਂ ਕਿਹਾ, ਤੂੰ ਐ ਕਾਤੋਂ ਕਰਤਾ, ਤੂੰ ਜਿਉਂ ਕਾਤੋਂ, ਲੇਲੜੀਆਂ ਜਿਹੜੀਆਂ ਕੱਢਣੀਆਂ ਹੁੰਦੀਆਂ, ਇਹਨਾਂ ਦੇ ਛਿੱਤਰ ਫਿਰੋ, ਇਹਨਾਂ ਦੇ ਛਿੱਤਰ। ਤੇ ਅਸੀਂ ਜਿਹੜੇ ਕੰਮ ਤੇ ਲੱਗੇ ਹੋਏ ਨਾ, ਸਾਨੂੰ ਲੱਗੇ ਰਹਿਣ ਦਿਓ। ਸਾਨੂੰ ਇਹਨਾਂ ਦੇ ਵਿੱਚ ਨਾ ਘੜੀਸੋ, ਇਹ ਲੱਲੀ ਛੱਲੀ ਦੇ ਵਿੱਚ। ਇਹਨਾਂ ਦੇ ਨਾਲ ਆਪ ਹੀ ਨਿਬੜ ਲਿਆ ਕਰੋ। ਮੈਂ ਕੋਈ ਆਪਣੇ ਆਪ ਨੂੰ ਕੋਈ ਵੱਡਾ ਨਹੀਂ ਦਸਰਾ ਰਿਹਾ ਜਾਂ ਦੱਸ ਰਿਹਾ। ਮੈਂ ਇੰਨਾ ਕਹਿ ਰਿਹਾ, ਜਿਹੜੀ ਸਾਡੇ ਗੁਰੂ ਸਾਹਿਬ ਨੇ ਸਾਡੇ ਤੇ ਜ਼ਿੰਮੇਵਾਰੀ ਪਾਈ ਹੈ, ਸਾਰੀ ਕੌਮ ਤੇ ਜ਼ਿੰਮੇਵਾਰੀ ਪਾਈ ਹੈ, ਅਸੀਂ ਉਹ ਕੌਮ ਦੀ ਜਿਹੜੀ ਜ਼ਿੰਮੇਵਾਰੀ ਉਹ ਨਿਭਾਉਣੀ ਆ ਪਹਿਲਾਂ। ਤੇ ਫਿਰ ਹੀ ਇਹ ਕੁੱਤੀਆਂ ਬਿੱਲੀਆਂ ਜਿਹੜੀਆਂ ਸਾਫ਼ ਹੋਣੀਆਂ। ਜਿਹੜੇ ਕੰਮ ਤੇ ਗੁਰੂ ਸਾਹਿਬ ਨੇ ਜਿਹੜੇ ਵੀ ਸਿੰਘ ਦੀ ਡਿਊਟੀ ਲਾਈ ਆ, ਉਹਨੂੰ ਉਸ ਤੇ ਰਹਿਣ ਦਿਓ। ਦੂਜੀ ਗੱਲ, ਰੁਲਦਿਆ ਰਾਮਾ, ਜੇ ਤੂੰ ਮੇਰੇ ਕਿਤੇ ਹੱਥ ਲੱਗ ਗਿਆ ਨਾ, ਇਹੀ ਆਪਦੇ ਸ਼੍ਰੀ ਰਾਮਾਂ ਦੇ ਅੱਗੇ ਪੂਜਾ ਪਾਜਾ ਕਰੀ ਕਿ ਕਿਤੇ ਤੂੰ ਮੇਰੇ ਸਾਹਮਣੇ ਨਾ ਆ ਜਾਏ। ਠੀਕ ਆ? ਇਹ ਹਮਣ ਹੁਮਣ ਕਰੀ ਆਪਦੇ ਬਾਬਿਆਂ ਦਾ, ਵੀ ਤੂੰ ਕਿਤੇ ਮੇਰੇ ਨਾਲ ਤੇਰਾ ਆਮੋ ਸਾਹਮਣਾ ਨਾ ਹੋ ਜਾਏ। ਫਿਰ ਤਾਂ ਮੈਂ ਦੱਸੂ ਤੈਨੂੰ। ਠੀਕ ਆ? ਬਚਾ ਇਹਨਾਂ, ਤੂੰ ਬੈਠਾ ਉੱਥੇ ਆ ਉਸ ਹਿੰਦੁਸਤਾਨ ਦੀ ਬੁੱਕਲ ਦੇ ਵਿੱਚ। ਇਹ ਤੇਰੀ ਕਿਸਮਤ ਆ, ਤੇਰੀ ਕਿਸਮਤ ਚੰਗੀ ਆ ਇਹ। ਠੀਕ ਆ? ਭੁੱਲ ਭੁਲੇਖੇ ਕਿਤੇ ਇਹਨਾਂ ਕੰਟਰੀਆਂ 'ਚ ਇੱਥੇ ਨਾ ਵੜ ਜੀ। ਤੇ ਦੂਜੀ ਗੱਲ, ਜਿਹੜੀ ਭਰਾਵੋ ਜ਼ਿੰਮੇਵਾਰੀ ਜਿਹਦੀ ਜੋ ਸੌਂਪੀ ਹੈ ਨਾ, ਮੈਂ ਮੰਨਦਾ ਵਾਂ ਪੰਜਾਬ ਦੇ ਵਿੱਚ ਖੁੱਲ੍ਹੇਆਮ ਖਾਲਿਸਤਾਨ ਦੀ ਗੱਲ ਕਰਨ ਦੀ ਜਿਹੜੀ ਆ, ਸੋ ਅਜੇ ਨਹੀਂ ਇੰਨੀ ਕਰ ਸਕਦੇ। ਪਰ ਜੋ ਮੇਰੇ ਵਿਊਜ਼, ਮੇਰੀ ਸੋਚਣੀ ਆ, ਸਾਨੂੰ ਕਰਨੀ ਚਾਹੀਦੀ ਆ। ਰਾਜ ਡਰਿਆ ਨਹੀਂ ਮਿਲਦੇ। ਰਾਜ ਲੇਲੜੀਆਂ ਕੱਢਣ ਦੇ ਨਾਲ ਨਹੀਂ ਮਿਲਦੇ। ਰਾਜ ਥਾਲੀਆਂ 'ਚ ਰੱਖ ਕੇ ਨਹੀਂ ਮਿਲਦੇ। ਸਿੰਘੋ ਯਾਦ ਰੱਖ ਲਿਓ, ਸ਼ਸਤਰ ਕੇ ਅਧੀਨ ਹੈ ਰਾਜ। ਰਾਜ ਐਵੇਂ ਨਹੀਂ ਮਿਲਦੇ। ਸਿੱਧੀ ਤੇ ਸਾਫ਼ ਗੱਲ ਆ। ਤੇ ਜਿਹੜੇ ਵੀਰ ਭਰਾ ਪੰਜਾਬ ਵਿੱਚ ਬੈਠੇ, ਤੁਸੀਂ ਇੰਨਾ ਹੀ ਕਰ ਦਿਆ ਕਰੋ, ਇਹੋ ਜਿਹਾਂ ਦੇ ਹੀ ਲਫੇੜੇ ਮਾਰਿਆ ਕਰੋ, ਜਿਹੜਾ ਕਿ ਦੂਜਾ ਕਰਨ ਤੋਂ ਪਹਿਲਾਂ ਸੋਚੇ ਵੀ ਇਹਦਾ ਇਹ ਹਾਲ ਹੋਇਆ ਸੀ ਤੇ ਮੇਰਾ ਵੀ ਇਹ ਹਾਲ ਹੋਊਗਾ। ਇਹ ਸੋਚਣ। ਇਸ ਗੱਲ ਤੇ ਧਿਆਨ ਦਿਓ ਭਰਾਵੋ। ਤੇ ਜਿਹੜਾ ਆਪਣਾ ਟਾਰਗੇਟ ਆ, ਉਹਦੇ ਤੇ ਤੁਹਾਡਾ
ਸਿੱਧਾ ਨਿਸ਼ਾਨਾ ਜਿਹੜਾ ਉਹ ਟਾਰਗੇਟ ਤੇ ਚਾਹੀਦਾ। ਸਾਡਾ ਦੁਸ਼ਮਣ ਆ ਇਹ ਹਿੰਦੁਸਤਾਨ, ਸਾਡੇ ਟਾਰਗੇਟ ਤੇ ਚਾਹੀਦਾ ਇਹ ਹਿੰਦੁਸਤਾਨ, ਤੇ ਸਾਡਾ ਆਪਣਾ ਟਾਰਗੇਟ ਆ ਖਾਲਿਸਤਾਨ, ਸਾਡਾ ਦੇਸ਼ ਬਣਾਉਣਾ। ਇਹ ਕਿਤੇ ਦਿਮਾਗ ਦੇ ਵਿੱਚੋਂ ਭੁਲਾ ਨਾ ਦਿਓ। ਮੇਨ ਸਾਡਾ ਟਾਰਗੇਟ, ਸਭ ਤੋਂ ਜ਼ਿਆਦਾ ਫੋਕਸ ਸਾਨੂੰ ਆਪਣੇ ਮੇਨ ਟਾਰਗੇਟ ਇਸ ਹਿੰਦੁਸਤਾਨ ਤੇ ਹੋਣਾ ਚਾਹੀਦਾ, ਆਪਣੇ ਦੇਸ਼ ਖਾਲਿਸਤਾਨ ਤੇ ਹੋਣਾ ਚਾਹੀਦਾ। ਜੋ ਕਿ ਇਹ ਸਰਕਾਰਾਂ, ਇਹ ਹਿੰਦੁਸਤਾਨ ਦੇ ਲੋਕ ਜਿਹੜੇ ਨਫ਼ਰਤ ਕਰਦੇ ਆ ਸਿੱਖੀ ਨੂੰ, ਇਹ ਤੁਹਾਨੂੰ ਭਟਕਾਉਣਾ ਚਾਹੁੰਦੇ ਆ ਇਹੋ ਜਿਹੇ ਦੱਲਿਆਂ ਦੇ ਕੋਲੋਂ ਬਿਆਨ ਦਵਾ ਕੇ। ਪਰ ਤੁਹਾਡਾ ਧਿਆਨ ਆਪਣੇ ਦੇਸ਼ ਖਾਲਿਸਤਾਨ ਵੱਲ ਹੋਣਾ ਚਾਹੀਦਾ, ਤੇ ਇੱਕ ਇਸ ਹਿੰਦੁਸਤਾਨ ਦੀ ਬਰਬਾਦੀ ਵੱਲ, ਇਸ ਹਿੰਦੁਸਤਾਨ ਦੀ ਬਰਬਾਦੀ ਵੱਲ ਹੋਣਾ ਚਾਹੀਦਾ। ਇਹ ਜੂਆਂ ਉਨੀ ਦੇਰ ਬੋਲਣਗੀਆਂ ਜਿੰਨੀ ਦੇਰ ਸਾਡਾ ਰਾਜ ਨਹੀਂ। ਅਸੀਂ ਮੱਝ ਮਾਰਨੀ ਆ, ਜੂਆਂ ਨਹੀਂ। ਜੂਆਂ ਸਾਲੀਆਂ ਆਪਣੇ ਆਪ ਮਰ ਜਾਂਦੀਆਂ, ਅਸੀਂ ਮੱਝ ਮਾਰਨੀ ਆ। ਜਿਹੜੇ ਵੀ ਸਿੰਘ ਭਰਾ ਦੀ ਜਾਂ ਭੈਣ ਦੀ ਜੋ ਵੀ ਗੁਰੂ ਸਾਹਿਬ ਨੇ ਡਿਊਟੀ ਲਾਈ, ਉਹਨੂੰ ਇਮਾਨਦਾਰੀ ਨਾਲ ਨਿਭਾਓ, ਤੇ ਉਹ ਨਿਭਾਉਣੀ ਪੈਣੀ ਆ। ਜੇ ਤੁਸੀਂ ਆਪਣੇ ਆਪ ਨੂੰ ਸਿੱਖ ਕਹਿੰਦੇ, ਆਪਣੇ ਨਾਂ ਪਿੱਛੇ ਸਿੰਘ ਲਾਇਆ ਨਾ, ਇਹ ਤੁਹਾਡਾ ਫਰਜ਼ ਬਣਦਾ। ਅੱਜ ਆਪਣੇ ਗੁਰੂ ਦੇ ਪੁੱਤ ਹੋਣ ਦਾ ਜਿਹੜਾ ਫਰਜ਼ ਬਣਦਾ, ਸਾਡੇ ਪਿਤਾ ਨੇ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਸਾਡੇ ਲਈ। ਸਾਡੇ ਪਿਓ ਨੇ ਕਿਹਾ ਸੀ, 4 ਮੋਏ ਤੋਂ ਕਿਆ ਹੁਆ, ਅੱਜ ਜੀਵਤ ਕਈ ਹਜ਼ਾਰ। ਉਹ ਪੁੱਤ ਸਾਨੂੰ ਰਿਹਾ ਸੀ, ਤੇ ਅੱਜ ਸਾਡੀ ਵਾਰੀ ਆ ਉਹ ਫਰਜ਼ ਨਿਭਾਉਣ ਦੀ, ਉਸ ਪਿਤਾ ਦੇ ਪੁੱਤ ਹੋਣ ਦੀ ਅੱਜ ਜ਼ਿੰਮੇਵਾਰੀ ਆ ਸਾਡੇ ਤੇ ਉਹ ਫਰਜ਼ ਨਿਭਾਉਣ ਦੀ ਵਾਰੀ ਆ। ਹਰੇਕ ਸਿੰਘ ਨੂੰ ਜਿਵੇਂ ਵੀ ਕੋਈ ਆਪਣੇ ਦੇਸ਼ ਦੀ ਆਜ਼ਾਦੀ ਲਈ ਕਿਵੇਂ ਵੀ ਕੋਈ ਯੋਗਦਾਨ ਪਾ ਸਕਦਾ, ਸਾਨੂੰ ਪਾਉਣਾ ਚਾਹੀਦਾ। ਇਹਦੇ ਵਿੱਚ ਕੋਈ ਵੱਡਾ ਜਾਂ ਛੋਟਾ ਯੋਗਦਾਨ ਨਹੀਂ ਹੁੰਦਾ। ਜੇ ਕਿਸੇ ਵੀਰ ਭਰਾ ਨੇ 1 ਮਿੰਟ ਵੀ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਕੱਢਿਆ, ਉਹ ਬਰਾਬਰ ਆ, ਉਹਦਾ ਇੱਕ ਬਹੁਤ ਵੱਡਾ ਯੋਗਦਾਨ ਆ ਆਪਣੇ ਦੇਸ਼ ਦੀ ਆਜ਼ਾਦੀ ਵਿੱਚ, ਭਾਵੇਂ ਕਿਸੇ ਨੇ 1 ਮਿੰਟ ਵੀ ਕੱਢਿਆ। ਤਾਂ ਇੱਥੇ ਅਹੁਦੇ ਨਹੀਂਗੇ ਵੀ ਫਲਾਣੇ ਨੇ ਇੰਨਾ ਕੀਤਾ, ਫਲਾਣੇ ਨੇ ਉਹਨਾਂ ਕੀਤਾ, ਨਾ। ਇੱਥੇ ਸਾਡਾ ਫਰਜ਼ ਆ। ਇਹਦੇ ਵਿੱਚ ਨਾ ਕੋਈ ਵੱਡਾ ਤੇ ਨਾ ਕੋਈ ਛੋਟਾ, ਵੀ ਫਲਾਣੇ ਨੇ ਤਾਂ ਇਦਾਂ ਕਰਤਾ ਸੀ, ਉਹ ਸਾਡਾ ਇਦਾਂ ਵਾ, ਉਹ ਸਾਡਾ ਇਦਾਂ। ਸਭ ਬਰਾਬਰ ਆ। ਜਿੰਨੇ 1 ਮਿੰਟ ਵੀ, ਅੱਧਾ ਮਿੰਟ ਵੀ ਕੱਢਿਆ ਨਾ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ, ਗੱਲ ਕੀਤੀ ਆ, ਉਹ ਬਰਾਬਰ ਦੀ ਕੀਤੀ ਆ। ਤੇ ਸਾਨੂੰ ਹਰੇਕ ਨੂੰ ਆਪੋ ਆਪਣਾ ਫਰਜ਼ ਨਿਭਾਉਣਾ ਚਾਹੀਦਾ, ਤੇ ਇਸ ਫਰਜ਼ ਤੋਂ ਨਾ ਹੀ ਭੱਜਿਆ ਜਾਣਾ ਤੁਹਾਡੇ ਤੋਂ। ਤੇ ਜੇ ਭੱਜਦੇ ਆ ਤਾਂ ਫਿਰ ਆਪਣੇ ਨਾਂ ਦੇ ਪਿੱਛੇ ਸਿੰਘ ਨਾ ਲਿਖਿਆ ਕਰੋ, ਠੀਕ ਹੈ? ਫਿਰ ਇੰਨਾ ਹੱਕ ਨਹੀਂ ਹੈਗਾ ਤੁਹਾਨੂੰ, ਤੇ ਨਾ ਹੀ ਅਸੀਂ, ਠੀਕ ਆ, ਨਾ ਹੀ ਅਸੀਂ ਉਹਨਾਂ ਲੋਕਾਂ ਦੇ ਵਿੱਚੋਂ ਆ ਜਿਹੜੀ ਸਾਡੀ ਸੋਚਣੀ ਨਾ, ਮੈਂ ਆਪਣੀ ਸੋਚਣੀ, ਜਾਂ ਸਾਡੇ ਵੀਰ ਭਰਾ ਜਿਹੜੇ ਆ, ਸੋ ਜਿੰਨੀ ਵੀ ਟੀਮ ਆ ਸਾਡੀ, ਜੋ ਸਾਡੀ ਸੋਚਣੀ ਹੈ ਨਾ, ਉਹ ਬਹੁਤ ਡਿਫਰੈਂਟ ਆ ਇਹਨਾਂ ਲੋਕਾਂ ਦੇ ਲਈ, ਬਹੁਤ ਜ਼ਿਆਦਾ। ਸਾਡੀ ਆਪਣੀ ਸੋਚਣੀ ਦੇ ਮੁਤਾਬਕ ਅਸੀਂ ਕਰਦੇ ਆ, ਸਾਡੇ ਗੁਰੂ ਦੀ ਸੋਚਣੀ ਦੇ ਮੁਤਾਬਕ ਜਿਹੜੇ ਸਿੰਘ ਸਾਡੇ ਯੋਧੇ ਸ਼ਹੀਦ ਹੋਏ, ਅਸੀਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ, ਤੇ ਸਾਨੂੰ ਸਭ ਨੂੰ ਕਰਨੀ ਚਾਹੀਦੀ, ਤੇ ਉਹ ਕੋਸ਼ਿਸ਼ ਕਾਮਯਾਬ ਹੋਣੀ ਚਾਹੀਦੀ ਆ। ਐਵੇਂ ਨਹੀਂ ਜਾਣੀ ਚਾਹੀਦੀ। ਇਹ ਸਾਡਾ ਫਰਜ਼ ਆ, ਇਹ ਅਸੀਂ ਫਰਜ਼ ਨਿਭਾਉਣਾ। ਇਸ ਗੱਲ ਨੂੰ ਹਮੇਸ਼ਾ ਯਾਦ ਰੱਖਿਓ। ਤੇ ਇਹਨਾਂ ਦੀ ਇੰਨੀ ਔਕਾਤ ਨਹੀਂ ਅਸੀਂ ਲੱਲੀ ਛੱਲੀ ਨੂੰ ਰਿਪਲਾਈ ਦਿੰਦੇ ਫਿਰੀਏ। ਆਪਣੇ ਟਾਰਗੇਟ ਵੱਲ ਧਿਆਨ ਦਿਓ ਭਰਾਵੋ, ਤੇ ਜਿੱਥੇ ਇਹੋ ਜਿਹਾ ਬਕਵਾਸ ਕਰਨ ਵਾਲਾ ਵੱਜਦਾ ਉਹਦੇ ਛਿੱਤਰ ਫੇਰੋ, ਬਸ। ਦੂਜੀ ਗੱਲ ਹੀ ਨਹੀਂ ਕੋਈ, ਦੂਜੀ ਗੱਲ ਹੀ ਨਹੀਂ, ਛਿੱਤਰ ਫੇਰੋ ਉਹਨੂੰ। ਕਿਉਂਕਿ ਜਿਹਦਾ ਡੰਡਾ ਉਹਦੀ ਮੱਝ, ਤੇ ਇਹ ਜੁੱਤੀ ਦੇ ਯਾਰ ਆਏ ਲੋਕ। ਉਦਾਂ ਨਹੀਂ ਸਮਝਣਾ ਇਹਨਾਂ ਨੇ, ਠੀਕ ਆ? ਉਦਾਂ ਨਹੀਂ ਸਮਝਣਾ। ਤੇ ਸਾਰੇ ਵੀਰ ਭਰਾ ਸਿੱਖ ਹਥਿਆਰਬੰਦ ਹੋਵੋ ਭਰਾਵੋ, ਹਥਿਆਰ ਰੱਖੋ, ਸ਼ਸਤਰ ਰੱਖੋ ਆਪਣੇ ਕੋਲ, ਜੋ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ। ਸ਼ਸਤਰ ਜ਼ਰੂਰੀ ਸਾਡੇ ਕੋਲ ਹੋਣੇ ਚਾਹੀਦੇ ਭਰਾਵੋ। ਸ਼ਸਤਰ ਤੋਂ ਬਿਨਾਂ ਸਿੰਘ ਨਹੀਂ ਹੈਗਾ, ਇਹ ਗੱਲ ਯਾਦ ਰੱਖਿਓ। ਵੱਡਾ ਜਾਂ ਛੋਟਾ ਸ਼ਸਤਰ ਕੋਈ ਵੀ ਹੋਵੇ, ਆਪਣੇ ਕੋਲ ਰੱਖੋ।
ਜਣਾ ਖਣਾ ਆਉਂਦਾ ਪੱਗ ਲਾ ਕੇ ਲੈ ਜਾਂਦਾ। ਕਿਉਂ? ਕਿਉਂਕਿ ਸਾਡੇ ਕੋਲ ਸਾਡੇ ਸ਼ਸਤਰ ਨਹੀਂ ਹੈ। ਜੋ ਸਾਡੇ ਗੁਰੂ ਨੇ ਸਾਨੂੰ ਬਣਾਇਆ ਸੀ ਅਸੀਂ ਉਹਦੇ ਵਿੱਚ ਪੂਰੇ ਨਹੀਂ ਹੈਗੇ। ਜੇ ਸਾਡੇ ਕੋਲ ਸ਼ਸਤਰ ਹੋਣ, ਮਜਾਲ ਨਹੀਂ ਕਿਸੇ ਦੀ ਸਾਡੀ ਦਸਤਾਰ ਦੇ ਕੋਲੋਂ ਵੀ ਕੋਈ ਲੰਘ ਜੇ, ਲਾਉਣ ਦੀ ਤਾਂ ਬੜੀ ਦੂਰ ਦੀ ਗੱਲ ਆ। ਇਸ ਗੱਲ ਨੂੰ ਯਾਦ ਰੱਖਿਓ, ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਕਿਹਾ। ਜਿਹੜੇ ਅੱਜ ਆਪਣੇ ਜਵਾਕਾਂ ਨੂੰ ਭੰਗੜੇ ਸਿਖਾ ਰਹੇ ਨਾ, ਡਾਂਸ ਸਿਖਾ ਰਹੇ, ਜਿਹੜਾ ਪ੍ਰਾਊਡ ਕਰਦੇ ਆ, ਤੇ ਜਦੋਂ ਉਹਨਾਂ ਦੇ ਨਿਆਣਿਆਂ ਦੀ ਜਿਨ੍ਹਾਂ ਨੂੰ ਭੰਗੜੇ ਸਿਖਾਏ ਹੁੰਦੇ ਨਾ, ਉਹਨਾਂ ਦੀਆਂ ਜਦੋਂ ਪੱਗਾਂ ਲਾ ਕੇ ਲੈ ਜਾਂਦਾ ਨਾ ਦੁਸ਼ਮਣ, ਉੱਥੇ ਢੋਲਕੀਆਂ ਤੁੰਬੀਆਂ ਛੈਣਿਆਂ ਦੇ ਨਾਲ ਉਹ ਪੱਗਾਂ ਨਹੀਂ ਲਈਆਂ ਜਾਂਦੀਆਂ। ਜੇ ਇਹੀ ਕਿਤੇ ਭੰਗੜੇ ਦੀ ਜਗ੍ਹਾ ਸ਼ਸਤਰ ਵਿਦਿਆ ਸਿਖਾਈ ਹੁੰਦੀ ਨਾ, ਤੇ ਸ਼ਸਤਰ ਕੋਲ ਹੁੰਦਾ, ਪੱਗਾਂ ਲਵਾ ਕੇ ਘਰ ਨਹੀਂ ਸੀ ਆਉਂਦੇ। ਜਿਹੜੇ ਅੱਜ ਪ੍ਰਾਊਡ ਕਰਦੇ ਸਾਡੇ ਪੁੱਤ ਭੰਗੜਾ ਪਾਉਣਾ ਜਾਣਦੇ, ਸਾਡੀ ਧੀ ਏਦਾਂ ਡਾਂਸ ਕਰਦੀ ਆ, ਤੇ ਫਿਰ ਉਹਨਾਂ ਦੀਆਂ ਪੱਗਾਂ ਲਾ ਕੇ ਵੀ ਦੁਸ਼ਮਣ 1 ਮਿੰਟ ਦੇ ਵਿੱਚ ਲੈ ਜਾਂਦਾ। ਯਾਦ ਰੱਖਿਓ ਭੰਗੜਿਆਂ ਵਾਲਿਓ, ਜਿਹੜੇ ਕਹਿੰਦੇ ਅਸੀਂ ਸਾਡਾ ਇੰਨੇ ਸਾਲ ਦਾ ਛੋਟਾ ਜਿਹਾ ਬੱਚਾ ਏਦਾਂ ਭੰਗੜਾ ਪਾਉਂਦਾ ਉਦਾਂ, ਤੇ ਦੁਸ਼ਮਣ ਪੱਗ ਵੀ ਲਾ ਕੇ ਲੈ ਜਾਂਦਾ। ਫਿਰ ਜਦੋਂ ਪੱਗ ਲੈ ਕੇ ਜਾਂਦਾ, ਉੱਥੇ ਭੰਗੜੇ ਨਹੀਂ ਚੱਲਣੇ, ਉੱਥੇ ਗੱਤਕਾ ਚੱਲਣਾ, ਸ਼ਸਤਰ ਵਿਦਿਆ ਚੱਲਣੀ, ਉੱਥੇ ਸ਼ਸਤਰ ਚੱਲਣਾ, ਫਿਰ ਪੱਗਾਂ ਲਈਆਂ ਜਾਂਦੀਆਂ। ਇਹ ਪੱਗ ਕੋਈ ਐਵੇਂ ਨਹੀਂ ਮਿਲੀ। ਜਿਹਨੂੰ ਤੁਸੀਂ ਅੱਜ, ਜਿਵੇਂ ਉਹ ਕਹਿੰਦੇ ਨਹੀਂ ਹੁੰਦੇ, ਇੱਕ ਫਰਜ਼ ਜਿਹਾ ਜਿਹੜਾ ਹੁੰਦਾ ਇੱਕ ਮਾਰੀ ਦਾ ਨਿਭਾਉਣ ਦੀ, ਜਿਹੜੀ ਉਹ ਤੁਸੀਂ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਇਕੱਲੀ ਪੱਗ ਬੰਨ ਲਈ ਤੇ ਅਸੀਂ ਸਿੱਖ ਬਣ ਗਏ, ਅਸੀਂ ਗੁਰੂ ਦੇ ਪਿਆਰੇ ਸਿੱਖ ਬਣ ਗਏ। ਨਹੀਂ, ਏਦਾਂ ਨਹੀਂ ਗੁਰੂ ਦਾ ਸਿੱਖ ਬਣਿਆ ਜਾਂਦਾ। ਗੁਰੂ ਦੇ ਸਿੱਖ ਬਣਨਾ, ਗੁਰੂ ਦੀ ਮੰਨੋ, ਜੋ ਗੁਰੂ ਸਾਹਿਬ ਨੇ ਸਾਡੇ ਨੇ ਕਿਹਾ ਸਾਨੂੰ ਉਹ ਮੰਨੋ। ਐਵੇਂ ਸਿੱਖ ਨਹੀਂ ਬਣਿਆ ਜਾਂਦਾ। ਸਿੱਖੀ ਐਵੇਂ ਨਹੀਂ ਮਿਲੀ। ਕਹਿੰਦੇ ਹੁੰਦੇ ਨਾ, ਸਿੱਖੀ ਖੰਡਿਓਂ ਤਿੱਖੀ, ਤੇ ਸਿੱਖੀ ਨਿਭਾਉਣੀ ਵੀ ਕੋਈ ਆਮ ਗੱਲ ਨਹੀਂ ਹੈਗੀ। ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਜੋ ਕੁਝ ਦਿੱਤਾ, ਸਾਨੂੰ ਉਹ ਫੋਲੋ ਕਰਨਾ ਚਾਹੀਦਾ। ਨਹੀਂ ਤਾਂ ਇਦਾਂ ਹੀ ਸਾਡੀਆਂ ਪੱਗਾਂ ਲਾ ਕੇ ਇਹ ਚੋਰ ਲੋਕ ਇਹ ਹਿੰਦੁਸਤਾਨ ਘਰਾਂ ਨੂੰ ਲੈ ਕੇ ਜਾਣਗੇ। ਹੋਵੇ ਤੁਹਾਡੇ ਕੋਲ ਹਥਿਆਰ, ਤੇ ਇਹ ਹਿੰਦੁਸਤਾਨੀ ਤੁਹਾਡੀ ਪੱਗ ਦੇ ਲਾਗਿਓਂ ਵੀ ਲੰਘ ਜਾਣ ਤਾਂ ਕਹਿ ਦਿਓ। ਕਿਉਂ ਤਕਲੀਫ ਸੀ ਸੰਤਾਂ ਦੇ ਕੋਲੋਂ, ਉਹਨਾਂ ਯੋਧਿਆਂ ਦੇ ਕੋਲੋਂ ਇਸ ਹਿੰਦੁਸਤਾਨ ਨੂੰ? ਕਿਉਂਕਿ ਉਹ ਯੋਧਾ ਠੋਕ ਕੇ ਜਵਾਬ ਦਿੰਦਾ ਸੀ, ਠੀਕ ਹੈ, ਤਾਂ ਠੋਕ ਕੇ ਰੱਖ ਦਿੰਦਾ ਸੀ। ਜਿਹੜਾ ਕੌਮ ਦੀ ਖਿਲਾਫ ਬੋਲਦਾ ਹੈ, ਕੌਮ ਦੇ, ਤਾਂ ਚੁੱਭਦਾ ਸੀ। ਐਵੇਂ ਨਹੀਂ। ਸੋ ਆਪਣੀ ਹਿਸਟਰੀ ਤੋਂ ਕੁਝ ਸਿੱਖੋ, ਤੇ ਪਲੱਸ ਅਸੀਂ ਆਪਣੇ ਧਰਮ ਦੇ ਉੱਪਰ, ਆਪਣੇ ਇਤਿਹਾਸ ਤੇ ਮਾਣ ਕਰਦੇ, ਤੇ ਸਾਨੂੰ ਕਰਨਾ ਚਾਹੀਦਾ। ਬਿਲਕੁਲ ਅਸੀਂ ਅੱਜ ਦੁਨੀਆ ਨੂੰ ਦੱਸਦੇ ਸਾਡਾ ਇਤਿਹਾਸ ਕੀ, ਪਰ ਅਸੀਂ ਕਦੋਂ ਇਤਿਹਾਸ ਬਣਾਉਣਾ ਭਰਾਵੋ? ਅੱਜ ਅਸੀਂ ਪ੍ਰਾਊਡ ਕਰਦੇ ਨਾ ਆਪਣੇ ਇਤਿਹਾਸ ਤੇ, ਇਹਨਾਂ ਯੋਧਿਆਂ ਤੇ, ਸਾਡੇ ਗੁਰੂ ਸਾਹਿਬ ਦੇ ਉੱਪਰ, ਠੀਕ ਹੈ। ਜੇ ਤੁਸੀਂ ਏਦਾਂ ਚਲੇ ਗਏ ਨਾ, ਕੋਈ ਇਤਿਹਾਸ ਨਾ ਰਚਿਆ, ਤੁਹਾਡਾ ਇਤਿਹਾਸ ਆ ਖਾਲਿਸਤਾਨ, ਤੁਸੀਂ ਨਾ ਇਤਿਹਾਸ ਰਚਿਆ, ਤੇ ਤੁਹਾਡੇ ਬੱਚੇ ਜਿਹੜੇ ਆ ਨਾ, ਤੁਹਾਡੀ ਅਗਲੀ ਪੀੜ੍ਹੀ ਆ ਜਿਹੜੀ, ਕੀ ਕਹੂਗੀ ਤੁਹਾਨੂੰ? ਕਰੂਗੀ ਸਾਡੇ ਤੇ ਮਾਣ, ਕਹੂਗੀ ਸਾਨੂੰ ਸਿੱਖ, ਕਿਉਂਕਿ ਸਿੱਖ ਤਾਂ ਇਤਿਹਾਸ ਰਚਦੇ ਆ। ਇਤਿਹਾਸ ਜੋ ਦੁਨੀਆ ਤੇ ਅਸੀਂ ਕਦੋਂ ਇਤਿਹਾਸ ਰਚਨਾ ਭਰਾਵੋ? ਜੇ ਆਹ ਟਾਈਮ ਅਸੀਂ ਗਵਾ ਦਿੱਤਾ ਤਾਂ ਆਪਣਾ ਦੇਸ਼ ਬਣਾ ਲਓ, ਤਾਂ ਇਹ ਸਭ ਲੱਲੀ ਛੱਲੀ ਚੁੱਪ ਹੋ ਜਾਣੀ ਆ, ਸਭ ਲੱਲੀ ਛੱਲੀ। ਤੇ ਨਾ ਹੀ ਬਾਲੀ ਇਹਨਾਂ ਲੱਲੀ ਛੱਲੀ ਦੀ ਜਿਹੜੀ ਆ ਟੈਨਸ਼ਨ ਲਿਆ ਕਰੋ। ਗੱਲ ਯਾਦ ਰੱਖਿਓ। ਧੰਨਵਾਦ ਸਾਰੇ ਵੀਰਾਂ ਭਰਾਵਾਂ ਦਾ। ਤੇ ਇਹਨਾਂ ਲੱਲੀ ਛੱਲੀ ਦੀ ਜਿਆਦਾ ਟੈਨਸ਼ਨ ਨਹੀਂ ਲੈਣੀ, ਸਿਰਫ ਜੁੱਤੀ ਫੇਰਨੀ। ਕੋਈ ਲੋੜ ਨਹੀਂ ਇਹਨਾਂ ਦੀਆਂ ਪੋਸਟਾਂ ਪਾਉਣ ਦੀ। ਇਹੋ ਜਿਹੇ ਜੀ ਸਪਸ਼ਟੀਕਰਨ ਦੇਣਾ ਚਾਹੀਦਾ। ਯਾਰ ਸਿੰਘੋ, ਤੁਹਾਡੀ ਅਕਲ ਨੂੰ ਹੋ ਕੀ ਗਿਆ ਯਾਰ? ਕਿਹੜੇ ਸਪਸ਼ਟੀਕਰਨ? ਇਹ ਕੌਣ ਦੱਲਾ ਜਿਹਦੇ ਤੋਂ ਅਸੀਂ ਸਪਸ਼ਟੀਕਰਨ ਮੰਗਣ ਦਾ? ਯਾਰ ਹੈ ਕੌਣ ਯਾਰ ਅਸੀਂ ਜਿਹਦੇ ਤੋਂ ਸਪਸ਼ਟੀਕਰਨ ਮੰਗਦੇ? ਛਿੱਤਰ ਫਿਰੋ ਇਸ ਦੱਲੇ ਦੇ। ਤੁਹਾਨੂੰ ਵੀ ਆਦਤ ਪੈ ਗਈ ਆ ਇਹ ਲਿਖੀ ਜਾਣਾ। ਜੇ ਕੋਈ ਚੜਾਈ ਕਰ ਜਾਂਦਾ, ਇਹਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਜੀ, ਇਹਨੂੰ ਆਹ ਕਰਨ ਦੇਣਾ ਚਾਹੀਦਾ, ਇਹਨੂੰ ਜੀ ਉਹ ਕਰਨ ਦੇਣਾ ਚਾਹੀਦਾ। ਕੀ ਹੈ? ਕਿਹੜੇ ਸਪਸ਼ਟੀਕਰਨ?
ਕਦੀ ਸੁਣਿਆ ਸਾਡੇ ਯੋਧਿਆਂ ਨੇ ਸਪਸ਼ਟੀਕਰਨ ਲਾਏ ਸੀ ਦੁਸ਼ਮਣ ਦੇ ਕੋਲ? ਝਟਕਾਏ ਸੀ ਸਿੱਧੇ। ਤਾਂ ਇਤਿਹਾਸ ਮੰਨਦੇ ਆ, ਐਵੇਂ ਨਹੀਂ। ਜੋ ਜਿਹੜੀ ਸਾਡੀ ਗੱਲਬਾਤ ਹੁੰਦੀ ਹੈ ਨਾ, ਜਿਹੜੀ ਅਸੀਂ ਕਰਦੇ ਆ, ਜੋ ਸਾਡੇ ਗੁਰੂ ਨੇ ਹੁਕਮ ਕੀਤਾ, ਸਾਡੀ ਗੱਲਬਾਤ ਆ ਸਟ੍ਰੇਟ, ਸਿੱਧੀ। ਇਹ ਭਾਵੇਂ ਧਮਕੀ ਸਮਝ ਲਵੇ ਕੋਈ, ਭਾਵੇਂ ਚੇਤਾਵਨੀ, ਜੋ ਵੀ ਜਿੰਨੇ ਸਮਝਣਾ ਸਮਝ ਸਕਦਾ। ਜੇ ਕਿਹਨੂੰ ਲੱਗਦੀ ਧਮਕੀ ਆ ਤਾਂ ਫਿਰ ਅਸੀਂ ਧਮਕੀ ਦਿੱਤੀ ਆ। ਜੇ ਧਮਕੀ ਆ ਤਾਂ ਅਵੇਅਰ ਰਹੋ, ਠੀਕ ਆ? ਕਿਤੇ ਐਵੇਂ ਗੂੜੀ ਨੀਂਦ ਨਾ ਸੌ ਜਿਓ। ਜੇ ਇਹ ਸਾਡੀ ਧਮਕੀ ਆ ਨਾ ਤਾਂ ਬਚ ਕੇ ਰਹੋ, ਠੀਕ ਆ? ਬਚ ਕੇ ਰਹੋ ਇਸ ਧਮਕੀ ਤੋਂ। ਤੇ ਇਹ ਜਿਹੜੀ ਸਾਡੀ ਸੋਚਣੀ ਦੇ ਵਿੱਚ ਇਹ ਧਮਕੀ ਨਹੀਂ, ਇਹ ਸਿਰਫ ਦੱਸ ਰਹੇ ਆ, ਬਚ ਜਾਓ। ਕਿਉਂਕਿ ਅਸੀਂ ਲੱਲੀ ਛੱਲੀ ਨਾਲ ਨਹੀਂ ਮੱਥਾ ਲਾਉਣਾ ਚਾਹੁੰਦੇ। ਤੁਹਾਡੀ ਕਿਸਮਤ ਚੰਗੀ ਆ, ਅਸੀਂ ਤੁਹਾਨੂੰ ਸਿਰਫ ਇਸ਼ਾਰਾ ਦੇ ਰਹੇ ਹਾਂ ਵੀ ਬਚ ਜਾਓ। ਕਾਮਰੇਡੋ ਤੇ ਹਿੰਦੁਸਤਾਨੀ ਨੂੰ ਬਚ ਜਾਓ, ਜਿੰਨਾ ਬਚ ਹੁੰਦਾ ਤੁਹਾਡੇ ਕੋਲ, ਬਚ ਜਾਓ। ਇਹ ਉਹ ਸਿੱਖ ਆ, ਇਹ ਉਹ ਸਿੰਘ ਆ 1.25 ਲੱਖ ਦੇ ਨਾਲ ਲੜਨ ਵਾਲੇ, ਠੀਕ ਹੈ? ਤੇ ਤੁਸੀਂ ਆ ਲੱਲੀ ਛੱਲੀ। ਬਚ ਜਾਓ ਜਿੰਨਾ ਬਚ ਹੁੰਦਾ ਤੁਹਾਡੇ ਤੋਂ। ਇਹ ਤੁਹਾਡਾ ਫਾਇਦਾ, ਇਹ ਦੱਸ ਰਹੇ ਤੁਹਾਨੂੰ। ਤੇ ਜੇ ਧਮਕੀ ਲੱਗਦੀ ਆ ਤਾਂ ਧਮਕੀ ਸਮਝੋ, ਠੀਕ ਹੈ? ਤੇ ਇਹ ਧਮਕੀਆਂ ਅਸੀਂ ਪੂਰੀਆਂ ਕਰਨ ਵੀ ਜਾਣਦੇ ਆ। ਜੇ ਲੱਗਦਾ ਨਾ ਕਿਸੇ ਨੂੰ ਧਮਕੀ ਤੇ ਧਮਕੀ ਆਏ ਤੇ ਕਿਤੇ ਐਵੇਂ ਫਿਰ ਖੁੱਲ੍ਹੇਆਮ ਨਾ ਘੁੰਮਿਓ। ਇਹ ਗੱਲ ਯਾਦ ਰੱਖਿਓ, ਠੋਕਾਂਗੇ ਜ਼ਰੂਰ ਫਿਰ। ਭਾਵੇਂ ਆ ਰੁਲਦੂ ਰਾਮ ਹੋਵੇ, ਛੁਲਦੂ ਰਾਮ, ਘੁਲਦੂ ਰਾਮ, ਜਿੰਨੇ ਵੀ ਫਿਰਦੇ ਆਏ, ਠੀਕ ਆ? ਸਾਡਾ ਟਾਰਗੇਟ, ਸਾਡਾ ਦੇਸ਼ ਖਾਲਿਸਤਾਨ ਆ। ਲੱਲੀ ਛੱਲੀ ਨਹੀਂ ਤੁਹਾਡੇ ਵਰਗੀ। ਤੇ ਜੇ ਤੁਸੀਂ ਫਿਰ ਵੀ ਬੁੜਕਦੇ ਆ ਨਾ, ਦੂਜੀ ਵਾਰੀ ਏਦਾਂ ਦੀ ਗੱਲ ਕਰਦੇ ਆ, ਇਹ ਯਾਦ ਰੱਖਿਓ। ਕਿਉਂਕਿ ਸਾਡੀਆਂ ਵੀਡੀਓ ਤਾਂ ਆ ਫੇਸਬੁੱਕ ਜਾਂ YouTube, ਇਹਨਾਂ ਵੀ ਸਾਲਿਆਂ ਨੂੰ ਪਚਦੀਆਂ ਨਹੀਂ। ਇਹਨਾਂ ਨੂੰ ਵੀ ਡਰ ਆਉਂਦਾ, ਕਿਉਂਕਿ ਅਸੀਂ ਆਪਣੇ ਗੁਰੂ ਦੀ ਗੱਲ ਕਰਦੇ ਆ, ਉਹਨਾਂ ਯੋਧਿਆਂ ਦੀ ਗੱਲ ਕਰਦੇ ਆ। ਇਹਨਾਂ ਨੂੰ ਉਹਦਾ ਡਰ ਆ। ਅਜੇ ਅਸੀਂ ਗੱਲ ਕਰਦੇ ਆ ਵੀਡੀਓ ਤੇ, ਸੋਸ਼ਲ ਮੀਡੀਆ ਤੇ ਜੇ ਗੱਲ ਹੀ ਕਰ ਰਹੇ, ਇਹਨਾਂ ਨੂੰ ਉਹ ਡਰ ਆ। ਤੇ ਸਾਡੀਆਂ ਵੀਡੀਓ ਜਿਹੜੀਆਂ ਉਹ ਡਿਲੀਟ ਕਰ ਦਿੱਤੀਆਂ ਜਾਂਦੀਆਂ। ਕਿੰਨੀ ਕੁ ਦੇਰ ਕਰ ਲਓਗੇ? ਕਿਵੇਂ ਭੱਜ ਲਓਗੇ? ਅਸੀਂ ਇਕੱਲੇ ਸੋਸ਼ਲ ਮੀਡੀਆ ਤੇ ਬਹਿ ਕੇ ਗੱਜਣ ਵਾਲੇ ਨਹੀਂ। ਗਰਾਊਂਡ ਲੈਵਲ ਤੇ ਤੁਹਾਡੇ ਕੋਲ ਭੱਜਿਆ ਨਹੀਂ ਜਾਣਾ। ਸੋਸ਼ਲ ਮੀਡੀਆ ਦੇ ਉੱਪਰ ਸਾਡੀਆਂ ਵੀਡੀਓ ਬਲੌਕ ਕਰਾ ਕੇ ਜਾਂ ਡਿਲੀਟ ਕਰਾ ਕੇ ਤਾਂ ਤੁਸੀਂ ਥੋੜਾ ਜਿਹਾ ਸਾਹ ਲੈ ਸਕਦੇ ਆ, ਪਰ ਗਰਾਊਂਡ ਲੈਵਲ ਤੇ ਨਹੀਂ ਬਚਿਆ ਜਾਣਾ ਤੁਹਾਡੇ ਤੋਂ, ਉੱਥੇ ਨਹੀਂ ਭੱਜਿਆ ਜਾਣਾ ਤੁਹਾਡੇ ਤੋਂ, ਠੀਕ ਆ? ਤੇ ਬੜੀ ਜਲਦੀ ਤੁਹਾਨੂੰ ਦੱਸਾਂਗੇ ਗਰਾਊਂਡ ਲੈਵਲ ਤੇ ਜੰਗਾਂ ਕਿਹੜੀਆਂ ਹੁੰਦੀਆਂ। ਬੜੀ ਜਲਦੀ ਦੱਸਾਂਗੇ ਤੁਹਾਨੂੰ। ਇਕੱਲੇ ਇੱਥੇ ਬੋਲਣ ਵਾਲੇ ਸਿੰਘ ਨਾ ਜਾਣ ਲਿਓ ਕਿਤੇ, ਇਹ ਕਿਤੇ ਭੁਲੇਖਾ ਨਾ ਪਾ ਲਿਓ ਆਪਣੇ ਮਨ ਦੇ ਵਿੱਚ। ਤੁਹਾਡਾ ਹੀ ਨੁਕਸਾਨ ਆ ਇਸ ਦੇ ਵਿੱਚ। ਵੀ ਸਮਝੋ ਤੁਸੀਂ ਵੀ ਇਕੱਲੇ ਸੋਸ਼ਲ ਮੀਡੀਆ ਤੇ ਬੋਲਣ ਵਾਲੇ ਆ ਤੇ ਇਹਨਾਂ ਦੀਆਂ ਵੀਡੀਓ ਬਲੌਕ ਕਰ ਦਈਏ ਤੇ ਬਸ। ਨਹੀਂ, ਇਹ ਗਲਤ ਸਹਿਮੀ ਆ ਤੁਹਾਡੀ। ਇਹ ਫੋਟੋਆਂ ਐਵੇਂ ਨਹੀਂ ਲੱਗੀਆਂ, ਦਿਲ ਵਿੱਚ ਆ। ਉਹ ਬਦਲਾ ਦਿਲ ਦੇ ਵਿੱਚ ਆ, ਉਹ ਬਦਲਾ ਦਿਲ ਦੇ ਵਿੱਚ ਆ। ਕਿਵੇਂ ਐਵੇਂ ਨਾ ਕਿਤੇ ਫੰਡੇ ਹੋ ਜਾਇਓ, ਠੀਕ ਹੈ? ਜਿਹੜਾ ਵੀ ਨਾਰਾ ਲਾਉਣਾ ਲਾਓ। ਜੇ ਖੂਨ ਦਾ ਬਦਲਾ ਖੂਨ ਆ ਤਾਂ ਰੈਡੀ ਆ, ਅਸੀਂ ਰੈਡੀ ਆ, ਠੀਕ ਆ? ਰੈਡੀ ਆ ਅਸੀਂ। ਇਕੱਲੇ ਸੋਸ਼ਲ ਮੀਡੀਆ ਵਾਲੇ ਸਿੰਘ ਨਾ ਸਮਝ ਲਿਓ ਸਾਨੂੰ ਕਿਤੇ। ਇਹ ਭੁਲੇਖਾ ਤੁਹਾਡੀ ਜ਼ਿੰਦਗੀ ਦਾ ਹੈ,
ਬੜੀ ਵੱਡੀ ਗਲਤੀ ਹੋਊਗੀ ਹਿੰਦੁਸਤਾਨੀਆਂ, ਬੜੀ ਵੱਡੀ। ਕਿਤੇ ਇਹ ਨਾ ਭੁੱਲ ਜਾਓ, ਇਹਨਾਂ ਦੇ ਚੇਲੇ ਆ, ਇਹਨਾਂ ਦੇ ਭਰਾਵਾਂ, ਇਹਨਾਂ ਦੇ ਪੁੱਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ, ਇਹਨਾਂ ਦੇ ਚੇਲੇ ਆ, ਇਹਨਾਂ ਦੇ ਛੋਟੇ ਭਰਾ ਆ। ਇਹ ਗੱਲ ਨੂੰ ਯਾਦ ਰੱਖਿਓ, ਕਿਵੇਂ ਇਸ ਸ਼ੇਰ ਨੇ ਤੁਹਾਨੂੰ ਭਾਜੜਾਂ ਪਾਈਆਂ ਸੀ, ਕਿਵੇਂ। ਤੇ ਉਦੋਂ ਰੁਲਦੂ ਰਾਮ ਛੁਲਦੂ ਰਾਮ ਕੋਈ ਸਾਲਾ ਚੱਡਿਆਂ ਤੋਂ ਪੂਛ ਲੈ ਕੇ ਬਾਹਰ ਨਹੀਂ ਸੀ ਨਿਕਲਦਾ ਹੁੰਦਾ। ਕਿਤੇ ਭੁਲੇਖੇ 'ਚ ਨਾ ਰਹਿ ਜਿਓ, ਭੁਲੇਖੇ 'ਚ ਨਾ ਕਿਤੇ ਰਹਿ ਜਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।